ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਹ ਕਿਤਾਬ ਹੱਥ ਲੱਗੀ ਮੇਰੇ ਬਾਊ ਜੀ ਤਾਂ ਸੋਚਿਆ ਕਿ ਤੁਹਾਡੇ ਨਾਲ ਵੀ ਇਸ ਵਿੱਚੋਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਜਾਣ। ਨਾਨਕ ਸਿੰਘ ਦੀ ਜੀਵਨੀ ਆਏ ਜੋ ਇਹਨਾਂ ਦੀ ਨੂੰਹ ਧੀਆਂ ਦੇ ਬਰਾਬਰ ਇਹਨਾਂ ਦੀ ਪਾਠਕ ਅਤਰਜੀਤ ਕੌਰ ਸੂਰੀ ਇਹਨਾਂ ਦੁਆਰਾ ਲਿਖੀ ਗਈ ਆ। ਇਹਨਾਂ ਨੇ ਪੰਜਾਬੀ ਸਾਹਿਤ ਵਿੱਚ ਹੋਰ ਵੀ ਬਹੁਤ ਕੁਝ ਲਿਖਿਆ। ਕਹਾਣੀ ਸੰਗ੍ਰਹਿ, ਜੀਵਨੀ, ਸਫ਼ਰਨਾਮੇ, ਅਨੁਵਾਦ, ਸਾਹਿਤਕ ਆਲੋਚਨਾ, ਨਾਨਕ ਸਿੰਘ ਦੇ ਇਸਤਰੀ ਪਾਤਰ, ਲੇਖ ਬੱਚਿਆਂ ਲਈ। ਬਾਕੀ ਸਭ ਤੋਂ ਪਹਿਲਾਂ ਤਾਂ ਆਪਾਂ ਇਹਦੇ ਵਿੱਚ ਕੁਝ ਕੁ ਤਸਵੀਰਾਂ ਦੇਖ ਲਈਏ ਜੋ ਇਹ ਤਾਂ ਇਹਨਾਂ ਦੀਆਂ ਤਸਵੀਰਾਂ ਆਪਣਾ ਅੰਮ੍ਰਿਤਾ ਪ੍ਰੀਤਮ ਨਾਲ। ਇਹ ਸੋਭਾ ਸਿੰਘ ਆਰਟਿਸਟ, ਇਹ ਤਸਵੀਰ ਤਾਂ ਤੁਸੀਂ ਦੇਖੀ ਹੋਣੀ ਆ, ਕਈ ਵਾਰ ਵਾਇਰਲ ਹੋਈ ਰਹਿੰਦੀ ਆ ਨੈੱਟ ਉੱਪਰ। ਬਾਊ ਜੀ ਆਪਣੇ ਜਿਗਰੀ ਯਾਰ ਸੋਭਾ ਸਿੰਘ ਆਰਟਿਸਟ ਨਾਲ ਕਾਫੀ ਵਧੀਆ ਮਿੱਤਰਤਾ ਸੀ। ਅੱਗੇ ਤਸਵੀਰ ਹੈ 1961 ਦੀ। ਬਾਊ ਜੀ ਭਾਰਤ ਦੇ ਰਾਸ਼ਟਰਪਤੀ ਡਾਕਟਰ ਰਾਧਾ ਕ੍ਰਿਸ਼ਨਨ ਕੋਲੋਂ ਭਾਰਤੀ ਸਾਹਿਤ ਅਕਾਦਮੀ ਅਵਾਰਡ ਪ੍ਰਾਪਤ ਕਰਦੇ ਹੋਏ। ਇੱਕ ਚੀਜ਼ ਦੇਖਣ ਵਾਲੀ ਆ ਨਾਨਕ ਸਿੰਘ ਦੇ ਵਿੱਚ, ਦੇਖੋ ਕਿੰਨੀ ਸਾਦਗੀ, ਨਿਮਰਤਾ, ਹਲੀਮੀ ਆ, ਅਤੇ ਓਨੀ ਹੀ ਰਾਸ਼ਟਰਪਤੀ ਜੀ ਵੱਲ ਦੇਖੇ ਤੋਂ ਦਿਖ ਰਹੀ ਆ। ਅੱਜ ਕੱਲ੍ਹ ਇਹ ਚੀਜ਼ਾਂ ਬੜੀਆਂ ਘੱਟ ਆ, ਲੇਖਾਂ ਦੇ ਵਿੱਚ ਤਾਂ ਜਮਾਂ ਹੀ ਨਹੀਂ ਆ। ਇਹਨਾਂ ਦਾ ਪਰਿਵਾਰ 5 ਪੁੱਤਰ 1 ਧੀ। ਇਹ ਆਪਣੇ ਬਲਰਾਜ ਸਾਹਨੀ, ਇਹਨਾਂ ਨਾਲ ਇੱਕ ਸੰਵਾਦ ਵੀ ਆ, ਵਿਚਾਰ ਵਟਾਂਦਰਾ ਨਾਵਲ ਦੇ ਪਾਤਰਾਂ ਨਾਲ, ਨਾਵਲ ਬਾਰੇ ਵੀ ਨਾਨਕ ਸਿੰਘ ਦੇ ਕੀ ਵਿਚਾਰ ਹੈ। ਬਾਕੀ ਇਹ ਤਸਵੀਰ ਇਹਨਾਂ ਦੀ ਪਤਨੀ ਦੀ, ਰਾਜ ਕੌਰ ਦੀ। ਬਾਊ ਜੀ ਦੀ ਜੀਵਨ ਸਾਥਣ ਸਾਡੇ ਪੂਜਨੀਏ ਭਾਬੀ ਜੀ, ਮਾਤਾ ਨੂੰ ਭਾਬੀ ਜੀ ਹੀ ਕਿਹਾ ਜਾਂਦਾ। ਕੁਝ ਇਲਾਕਿਆਂ ਵਿੱਚ ਨਾਨਕ ਸਿੰਘ ਦੇ ਨਾਵਲਾਂ ਵਿੱਚ ਵੀ ਆਪਾਂ ਦੇਖਦੇ ਹਾਂ ਕਿ ਭਾਬੀ ਜੀ ਲਿਖਿਆ ਹੁੰਦਾ ਮਾਂ ਨੂੰ। ਇਹਦੇ ਵਿੱਚ ਨਾਨਕ ਸਿੰਘ ਭਰਾ ਕੇ ਯਾਰ, ਇਹ ਬਲਰਾਜ ਸਾਹਨੀ ਨੇ ਲਿਖਿਆ। ਇਹਨਾਂ ਕੋਲ ਇੱਕ ਟੇਬਲ ਕਾਰਡ ਸੀ, ਛੋਟਾ ਜਿਹਾ ਫਾਊਂਟਨ ਪੈਨ ਤੇ ਜਿੱਡਾ, ਲਗਭਗ ਪੈਨ ਜਿੱਡਾ, ਆਮ ਜਿੱਡਾ, ਜੋ ਲੁਕੋਇਆ ਜਾ ਸਕਦਾ ਸੀ ਅਤੇ ਰਿਕਾਰਡ ਕਰਦਾ ਸੀ ਕਿਸੇ ਦੀ ਵੀ ਆਵਾਜ਼ ਅਗਲੇ ਨੂੰ ਬਿਨਾਂ ਦੱਸੇ। ਅਤੇ ਸਭ ਤੋਂ ਪਹਿਲਾ ਤਜਰਬਾ ਇਹਨਾਂ ਨੇ ਨਾਨਕ ਸਿੰਘ ਉੱਪਰ ਕੀਤਾ। ਇਹਨਾਂ ਦੀ ਆਵਾਜ਼ ਰਿਕਾਰਡ ਕੀਤੀ ਉਹਨਾਂ ਨੂੰ ਬਿਨਾਂ ਦੱਸੇ। ਮਾਹੌਲ ਦੱਸ ਰਹੇ ਆ, ਨਾਨਕ ਸਿੰਘ ਦੇ ਘਰ ਦੀ ਬੈਠਕ, ਵੇਲਾ 6 ਵਜੇ ਦਾ ਸ਼ਾਮ ਦਾ। ਖੁੱਲ੍ਹੇ ਦਰਵਾਜ਼ਿਆਂ ਦੇ ਵਿੱਚੋਂ ਘਰ ਦੇ ਅੱਗੇ ਅਤੇ ਪਿੱਛੇ ਦੀ ਉਦਯਾਨੀ ਹਰਿਆਵਲ ਦਿਖਾਈ ਦੇ ਰਹੀ ਹੈ। ਘੁੱਗੀਆਂ, ਤੋਤਿਆਂ ਅਤੇ ਵਿੱਚ ਕੋਇਲ ਦੀ ਆਵਾਜ਼ ਸੁਣਾਈ ਦਿੰਦੀ ਹੈ। ਕਮਰੇ ਵਿੱਚ ਰਵਿੰਦਰਨਾਥ ਟੈਗੋਰ, ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਲਟਕ ਰਹੀਆਂ ਹਨ। ਅੰਗੀਠੀ ਉੱਪਰ ਭਾਬੀ ਜੀ ਦੀ ਜਵਾਨੀ ਦੇ ਦਿਨਾਂ ਦੀ ਫੋਟੋ ਬਾਕੀ ਸਾਰੀਆਂ ਤਸਵੀਰਾਂ ਤੋਂ ਵੱਡੀ ਹੈ। ਫੋਟੋ ਦੀ ਸੁੰਦਰਤਾ ਮੈਨੂੰ ਚਕਿਰਤ ਕਰ ਛੱਡਦੀ ਹੈ। ਭਾਬੀ ਜੀ ਦੇ ਮਿੱਠੇ ਸੁਭਾਅ ਤੋਂ ਮੈਂ ਜਾਣੂ ਸਾਂ, ਪਰ ਨਿੱਕੇ ਹੁੰਦਿਆਂ ਉਹ ਇਤਨੀ ਆਖਰਾਂ ਦੀ ਸੋਹਣੀ ਸੀ, ਇਹ ਐਕਤੀ ਪਤਾ ਚੱਲਿਆ। ਹਰ ਵਾਰ ਮੈਂ ਕਮਰੇ ਵਿੱਚ ਪੈਰ ਧਰਦਿਆਂ ਹੀ ਇੱਕ ਟਕ ਇਸ ਫੋਟੋ ਵੱਲ ਵੇਖਦਾ ਰਹਿ ਜਾਂਦਾ ਅਤੇ ਅਨੁਮਾਨ ਲਗਾਉਂਦਾ ਕਿ ਨਾਨਕ ਸਿੰਘ ਦੀ ਲੰਮੀ ਸਾਧਨਾ, ਲਗਨ ਅਤੇ ਕਾਮਯਾਬੀ ਦਾ ਕਿਤਨਾ ਕੁ ਰਾਜ ਭਾਬੀ ਜੀ ਦੀ ਸ਼ਖਸੀਅਤ ਵਿੱਚ ਲੁਕਿਆ ਪਿਆ ਹੈ। ਅੱਗੇ ਨਾਵਲ ਸੰਬੰਧੀ ਨਾਨਕ ਸਿੰਘ ਦੇ ਵਿਚਾਰ ਹੈ। ਨਾਵਲਕਾਰ ਕਿਹੋ ਜਿਹਾ ਹੋਣਾ ਚਾਹੀਦਾ ਅਤੇ ਨਾਵਲ ਕਿਹੋ ਜਿਹਾ ਹੋਣਾ ਚਾਹੀਦਾ ਹੈ। ਕੁਝ ਕੁ ਉਸ ਸਮੇਂ ਦੀਆਂ ਪੰਜਾਬ ਦੇ ਹਾਲਾਤ ਆ ਜਿਹੜੇ ਪੰਜਾਬੀ ਸੂਬੇ ਨਾਲ ਸੰਬੰਧਿਤ। ਫਿਰਕਾ ਪ੍ਰਸਤੀ ਸਾਡੇ ਦੇਸ਼ ਵਿੱਚ ਐਸੀ ਡੂੰਘੀ ਖੁੱਭੀ ਹੋਈ ਹੈ ਕਿ ਦੇਸ਼ ਨੂੰ ਆਜ਼ਾਦ ਹੋਇਆਂ 22 ਸਾਲ ਹੋ ਗਏ, ਪਰ ਇਹ ਉਂਝ ਦੀ ਉਂਝ ਕਾਇਮ ਹੈ, ਹੋਰ ਤਰੱਕੀ ਕਰ ਗਈ ਹੈ। ਬਲਰਾਜ, ਉਹ ਤਾਂ ਪਹਿਲਾਂ ਹੀ ਤੁਹਾਡੇ ਇੱਕ ਨਾਵਲ ਵਿੱਚ ਆ ਚੁੱਕਿਆ ਹੈ, ਨਾਸੂਰ ਵਿੱਚ, ਫਿਰਕਾ ਪ੍ਰਸਤੀ ਦੀ ਜੋ ਅੱਗ ਲੱਗੀ ਹੋਈ ਹੈ। ਹਾਂ, ਬਹੁਤ ਵਾਰੀ ਆ ਚੁੱਕਿਆ ਹੈ। ਮੈਂ ਤਾਂ ਸੋਚਣਾ ਕਿ ਇਸ ਵੇਲੇ ਪੰਜਾਬੀ ਲੇਖਕ ਨੂੰ ਹੋਰ ਸਭ ਕੁਝ ਛੱਡ ਕੇ ਇਸੇ ਗੱਲ 'ਤੇ ਜ਼ੋਰ ਦੇਣਾ ਚਾਹੀਦਾ ਹੈ। ਸੂਬਾ ਪ੍ਰਸਤੀ ਦਾ ਬੋਲਬਾਲਾ ਸੀ ਉਸ ਸਮੇਂ। ਵਤਨ ਪ੍ਰਸਤੀ, ਸੂਬਾ ਪ੍ਰਸਤੀ, ਫਿਰਕਾ ਪ੍ਰਸਤੀ। ਸੂਬਾ ਪ੍ਰਸਤੀ ਇੱਕ ਨਵਾਂ ਮਜ਼ਮੂਨ ਹੈ। ਅਗਲਾ ਨਾਵਲ ਤੁਸੀਂ ਇਸ 'ਤੇ ਲਿਖੋ ਬਾਬਾ ਜੀ, ਚੰਗਾ। ਮਤਲਬ ਪੰਜਾਬੀ ਸੂਬੇ ਦੀ ਮੰਗ ਦੇ ਵਿਰੁੱਧ 'ਚ ਵੀ ਕੁਝ ਲੋਕ ਸੀ ਵੀ ਨਹੀਂ ਹੋਣਾ ਚਾਹੀਦਾ, ਅਤੇ ਜੇਕਰ ਬਰੀਕੀ ਨਾਲ ਸੋਚਿਆ ਜਾਵੇ ਤਾਂ ਹਾਂ, ਇਹ ਨਹੀਂ ਹੋਣਾ ਚਾਹੀਦਾ ਸੀ, ਪੰਜਾਬੀ ਸੂਬਾ ਨਹੀਂ ਬਣਨਾ ਚਾਹੀਦਾ ਸੀ। ਸਾਂਝਾ ਵੱਡਾ ਪੰਜਾਬ ਸੀ ਜਿਹੜਾ, ਉਹੀ ਠੀਕ ਸੀ। ਕਿਉਂਕਿ ਅੱਜ ਵੀ ਸਾਨੂੰ ਹਿੰਦੀ ਅੰਗਰੇਜ਼ੀ ਪੜ੍ਹਨੀ ਹੀ ਪੈ ਰਹੀ ਆ।
ਤਾਂ ਉਸ ਸਮੇਂ ਵੀ ਪੰਜਾਬੀ ਅਤੇ ਹਿੰਦੀ ਦੋਨਾਂ ਨੂੰ ਜ਼ਰੂਰੀ ਕੀਤਾ ਜਾ ਸਕਦਾ ਸੀ। ਦੋਨਾਂ 'ਚੋਂ ਪਾਸ ਹੋਣ ਵਾਲਾ ਪਾਸ ਹੁੰਦਾ। ਪੰਜਾਬੀ ਦੀ ਪੰਜਾਬੀ ਬਚੀ ਸੀ, ਪੰਜਾਬ ਦਾ ਪੰਜਾਬ ਬਚਿਆ ਸੀ, ਰਸਤੇ ਸੀ। ਪਰ ਕੁਝ ਕੁ ਜਿਹੜੇ ਲੀਡਰ ਸੀ ਉਹ ਅੱਗੇ ਆ ਗਏ, ਕਿਉਂਕਿ ਉਹਨਾਂ ਦੇ ਰਾਜ ਹੱਥਾਂ ਵਿੱਚ ਨਹੀਂ ਆ ਰਿਹਾ ਸੀ। ਤਾਂ ਫਿਰ ਸਭ ਕੁਝ ਕੀਤਾ ਗਿਆ। ਇਹਦਾ ਵਿਰੋਧ ਕਰਨ ਵਾਲੇ ਗਦਾਰ ਅਖਵਾਏ। ਅੱਜ ਵੀ ਜੇਕਰ ਪੰਜਾਬ ਦੇ ਵਿੱਚ ਆਵਾਜ਼ ਉੱਠੇ ਕਿ ਇਹਦੇ ਵਿੱਚ ਹਿੰਦੀ ਸੂਬਾ ਦਿਓ, ਹਿੰਦੀ ਬੋਲਣ ਵਾਲਿਆਂ ਨੂੰ ਤਾਂ 40% ਆਬਾਦੀ ਅੱਜ ਵੀ ਪੰਜਾਬ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਬਣ ਚੁੱਕੀ ਹੈ, ਅਤੇ ਚੰਡੀਗੜ੍ਹ ਵਿੱਚ 70% ਤੋਂ ਵੀ ਜ਼ਿਆਦਾ। ਕੁਝ ਕੁ ਨਾਵਲਾਂ ਬਾਰੇ ਇਹਨਾਂ ਦੇ ਘਟਨਾਵਾਂ ਉਹ ਵੀ ਆਪਾਂ ਦੇਖ ਲਈਏ, ਪਾਤਰ ਯਾਦ ਹੋ ਜਾਣਗੇ ਤੁਹਾਡੇ। ਪਹਿਲਾਂ ਵੀ ਮੈਂ ਵੀਡੀਓ ਬਣਾਈ, ਕਾਫੀ ਲੰਮੀ ਬਣ ਗਈ, ਦੂਸਰੀ ਵਾਰ ਫਿਰ ਬਣਾਈ, ਤਾਂ ਫਿਰ ਮੈਂ ਸੋਚਿਆ ਕਿ ਵੀਡੀਓ ਲੰਮੀ ਬਣੇਗੀ ਤਾਂ ਬਣ ਜਾਏ, ਕਿਉਂਕਿ ਕਾਫੀ ਕੁਝ ਸਮੇਟਣਾ ਨਾ ਇਸ ਵੀਡੀਓ ਵਿੱਚ। ਚਿੱਟਾ ਲਹੂ ਵਿੱਚ ਜਿਹੜਾ ਮਦਾਰੀ ਦਾ ਪਾਤਰ ਹੈ ਬੜਾ ਜਾਨਦਾਰ ਹੈ, ਸੁੰਦਰੀ ਨੂੰ ਪਾਲਦਾ ਹੈ, ਜਿਹੜਾ ਬਾਬਾ ਰੋਡੂ। ਉਹ ਪਾਤਰ ਤੁਸੀਂ ਜੀਵਨ ਵਿੱਚ ਕਿਤੇ ਵੇਖਿਆ ਸੀ? ਉਹਨੂੰ ਤੁਸੀਂ ਕਿਵੇਂ ਉਸਾਰਿਆ? ਨਹੀਂ, ਮੈਂ ਇਸ ਨੂੰ ਵੇਖਿਆ ਕਿਧਰੇ ਨਹੀਂ। ਇਹ ਪਾਤਰ ਮੈਨੂੰ ਖੁਦ ਬੜਾ ਚੰਗਾ ਲੱਗਿਆ, ਲੇਕਿਨ ਮੈਨੂੰ ਪਤਾ ਨਹੀਂ ਕਿਸ ਤਰ੍ਹਾਂ ਇਹ ਮੇਰੇ ਦਿਮਾਗ ਵਿੱਚ ਉਤਰ ਆਇਆ। ਸਿਰਫ ਸੁੰਦਰੀ ਦਾ ਖਾਕਾ ਮੈਂ ਕਿਤੇ ਵੇਖਿਆ ਸੀ। ਇਹ ਪੇਸ਼ਾਵਰ ਦਾ ਜ਼ਿਕਰ ਹੈ। ਇੱਕ ਆਦਮੀ ਨੂੰ ਰੇਲ ਵਿੱਚੋਂ ਇੱਕ ਬੱਚੀ ਲੱਭੀ, ਇਹਨੂੰ ਮਾਂ ਜੰਮ ਕੇ ਸੁੱਟ ਗਈ, ਨਜਾਇਜ਼ ਤੌਰ 'ਤੇ ਜੰਮੀ ਹੋਣੀ ਹੈ। ਉਹ ਉਹਨੂੰ ਚੱਕ ਕੇ ਸਿੰਘ ਸਭਾ ਦੇ ਗੁਰਦੁਆਰੇ ਵਿੱਚ ਲੈ ਆਇਆ। ਉਹ ਗੁਰਦੁਆਰਾ ਸਾਡੇ ਘਰ ਦੇ ਨਾਲ ਹੀ ਸੀ। ਉਹ ਉੱਥੇ ਲੋਕਾਂ ਨੂੰ ਕਹਿਣ ਲੱਗਾ, ਇਸ ਨੂੰ ਕੋਈ ਪਾਲ ਲਓ। ਹੁਣ ਉਸ ਨੂੰ ਕੌਣ ਪਾਲੇ, ਕੌਣ ਇਹ ਮਲਾਮਤ ਗੱਲ ਪਾਏ? ਜੇ ਮੁੰਡਾ ਹੁੰਦਾ ਤਾਂ ਹੋ ਸਕਦਾ ਸੀ ਕੋਈ ਮੁੰਡੇ ਦਾ ਚਾਹਵਾਨ ਉਸ ਨੂੰ ਸਾਂਭ ਲੈਂਦਾ। ਗਿਆਨੀ ਬਾਗ ਸਿੰਘ ਜੋ ਗੁਰਦੁਆਰੇ ਦਾ ਗ੍ਰੰਥੀ ਸੀ ਅਤੇ ਜਿਸ ਦਾ ਜ਼ਿਕਰ ਮੈਂ ਬੜੀ ਵਾਰ ਕਰ ਚੁੱਕਿਆ, ਉਸ ਨੇ ਕਿਹਾ, ਕੋਈ ਗੱਲ ਨਹੀਂ, ਇਸ ਨੂੰ ਮੈਂ ਪਾਲ ਲਵਾਂਗਾ, ਮੈਂ ਇਸ ਦੀ ਸੇਵਾ ਕਰਾਂਗਾ। ਉਸ ਨੇ ਇਸ ਬੱਚੀ ਨੂੰ ਲੈ ਲਿਆ। ਸਿਆਲ ਦੀ ਰੁੱਤ ਸੀ। ਕੁੱਛੜ ਲੈ ਕੇ ਲੋਈ ਵਲੇਟ ਲਈ। ਉਸ ਦਾ ਇੱਕ ਸ਼ਰਧਾਲੂ ਸੀ, ਮਿਸਤਰੀ ਚਤਰ ਸਿੰਘ। ਉਹ ਟੱਬਰਦਾਰ ਅਤੇ ਬੜੇ ਉੱਚੇ ਕਰੈਕਟਰ ਦਾ ਆਦਮੀ ਸੀ। ਉਸ ਨੇ ਬੜੇ ਸ਼ੌਂਕ ਅਤੇ ਆਦਰ ਨਾਲ ਲੜਕੀ ਨੂੰ ਅਪਣਾਇਆ। ਜਦੋਂ ਇਹ ਉਹਦੇ ਕੋਲੋਂ ਲੈ ਗਿਆ, ਉਸ ਦੀ ਬੀਬੀ ਦੇ ਥਣਾ ਵਿੱਚ ਦੁੱਧ ਸੀ। ਉਸ ਨੇ ਆਪਣੇ ਥਣਾ ਉੱਤੇ ਉਸ ਨੂੰ ਪਾਲਿਆ। ਬੱਚੀ ਪਲ ਗਈ। ਬਸ ਇਤਨਾ ਵਾਕਿਆ ਮੇਰੇ ਸਾਹਮਣੇ ਆਇਆ ਹੈ। ਤੁਸੀਂ ਲਿਖਿਆ ਹੈ ਕਿ ਰੋਡੂ ਸੁੰਦਰੀ ਨੂੰ ਦੁੱਧ ਨਹੀਂ ਪਿਲਾ ਸਕਦਾ ਤਾਂ ਬਾਂਦਰੀ ਉਸ ਦੀ ਮਦਦ ਕਰਦੀ ਹੈ। ਇਹ ਤਾਂ ਬੁਰੀ ਤਰ੍ਹਾਂ ਮਨੋਕਲਪਿਤ ਗੱਲ ਹੈ। ਇਹ ਘਾੜਤ ਤਾਂ ਕਿਰਦਾਰਾਂ ਨੂੰ ਪ੍ਰਭਾਵਸ਼ਾਲੀ ਜਾਂ ਕਹਾਣੀ ਨੂੰ ਅੱਗੇ ਤੋਰਨ ਜਾਂ ਕਹਿ ਲਓ ਪਾਤਰ ਉਸਾਰੀ ਦੇ ਖਿਆਲ ਨਾਲ ਘੜੀ ਗਈ ਹੈ। ਮਦਾਰੀ ਦੇ ਕਿਰਦਾਰ ਵਿੱਚ ਇਤਨੀ ਜਾਣ ਤੁਸੀਂ ਕਿਵੇਂ ਪਾ ਸਕੇ? ਪਤਾ ਨਹੀਂ, ਖੁਦਾ ਕੀ ਬਾਤੇ ਖੁਦਾ ਹੀ ਜਾਣੇ। ਅੱਗੇ ਹੋਰ ਕੁਝ ਨਾਵਲਾਂ ਬਾਰੇ ਚਰਚਾ ਆਪਾਂ ਦੇਖਦੇ ਹਾਂ। ਇਹਦੇ ਵਿੱਚ ਚਿੱਟਾ ਲਹੂ ਵਿੱਚ ਸੁੰਦਰੀ ਨਾਂ ਦੀ ਲੜਕੀ ਹੈ ਨਾ, ਪਵਿੱਤਰ ਪਾਪੀ ਦਰਅਸਲ ਇੱਕ ਘਟਨਾ 'ਤੇ ਆਧਾਰਿਤ 'ਤੇ ਸੀ। ਉਸ ਦਾ ਬੀਜ ਰੂਪ ਇਹ ਹੈ ਕਿ ਮੈਂ ਪੇਸ਼ਾਵਰ ਵਿੱਚ ਹੁੰਦਾ ਸਾਂ। ਦੁਕਾਨ ਸੀ ਸਾਡੀ, ਬਾਜ਼ਾਰ ਵਿੱਚ ਹੀ ਸਾਡੇ ਤੋਂ ਕੋਈ 10-12 ਦੁਕਾਨਾਂ ਛੱਡ ਕੇ ਇੱਕ ਬੰਦਾ ਸੀ ਘੜੀ ਸਾਜ। ਉਸ ਦਾ ਨਾਮ ਮੈਨੂੰ ਅਜੇ ਤੱਕ ਯਾਦ ਹੈ, ਜੈ ਰਾਮ ਉਹਦਾ ਨਾਂ ਸੀ। ਨਾਵਲ ਵਿੱਚ ਉਹਦਾ ਨਾਂ ਕਿਦਾਰ ਹੈ। ਕਦੇ ਕਦੇ ਉਸ ਨੂੰ ਮਿਸਟਰ ਕਮਾਲ ਵੀ ਵਿਸ਼ੇਸ਼ਣ ਉਪਨਾਮ ਵਜੋਂ ਲੋਕ ਬੁਲਾਉਂਦੇ ਆ। ਘੜੀ ਸਾਜ ਜਵਾਨ ਉਮਰ ਦਾ ਸੀ ਅਤੇ ਬੜਾ ਮਰੀਅਲ ਜਿਹਾ ਸੁੱਕਿਆ ਸੜਿਆ ਹੋਇਆ, ਅਤੇ ਜਿਸ ਤਰ੍ਹਾਂ ਮੈਂ ਬਿਆਨ ਕੀਤਾ ਹੈ, ਇੱਕ ਨਾਲ ਗੋਡੇ ਲਾ ਕੇ ਘੜੀ ਸਾਜੀ ਕਰਦਾ ਰਹਿੰਦਾ ਸੀ। ਉਹ ਗਾਉਂਦਾ ਜ਼ਰੂਰ ਕੁਝ ਨਾ ਕੁਝ ਰਹਿੰਦਾ ਸੀ, ਉਹ ਵੀ ਪੁਰ ਦਰਦ ਆਵਾਜ਼ ਵਿੱਚ। ਲੋਕੀ ਲੰਘਦੇ ਲੰਘਦੇ ਬਾਜ਼ਾਰ ਵਿੱਚ ਉਸ ਦਾ ਗਾਣਾ ਸੁਣਨ ਵਾਸਤੇ ਖਲੋ ਜਾਂਦੇ। ਇਤਨਾ ਦਰਦ ਪਰੋਤਾ ਗਾਣਾ, ਇੱਕ ਸ਼ਬਦ ਇਹੋ ਜਿਹੇ ਹੁੰਦੇ ਸਨ, ਇੱਕ ਆਵਾਜ਼ ਦਰਦ ਭਰੀ। ਇਸੇ ਤਰ੍ਹਾਂ ਮੇਰਾ ਨਾਵਲ ਪੜ੍ਹਿਆ ਹੋਣਾ ਜੀਵਨ ਸੰਗਰਾਮ। ਉਸ ਵਿੱਚ ਇੱਕ ਬੰਤੇ ਚੋਰ ਦਾ ਕਰੈਕਟਰ ਆਉਂਦਾ ਹੈ। ਬੰਤਾ ਚੋਰ ਜੀਵਨ ਸੰਗਰਾਮ ਦੇ ਵਿੱਚ ਇੱਕ ਘਟਨਾ ਸੀ। ਇੱਕ ਬੰਦੇ ਨੂੰ ਮੈਂ ਮਾਰ ਪੈਂਦੀ ਵੇਖੀ, ਸੁਣਿਆ ਜਿਸ ਕਿਸੇ ਦਾ ਖੀਸਾ ਕੱਟਿਆ ਗੀਜਾ। ਇਹ ਰਾਵਲਪਿੰਡੀ ਦਾ ਵਾਕਿਆ ਹੈ। ਬਸ ਇਤਨੀ ਕੁ ਗੱਲ, ਹੋਰ ਕੁਝ ਨਾ। ਲੋਕ ਮਾਰ ਕੁੱਟ ਕੇ ਉਹਨੂੰ ਪੁਲਿਸ ਦੇ ਹਵਾਲੇ ਕਰ ਛੱਡਿਆ। ਇਹ ਪ੍ਰਸੰਗ ਅਸੀਂ ਪਾਪਾ ਜੀ ਜਰਾ ਹੋਰ ਅੱਗੇ ਟੋਰਾਂਗੇ। ਆਦਮਖੋਰ ਨਾਵਲ ਵਿੱਚ ਤੁਸੀਂ ਇੱਕ ਸੀਨ ਬਿਆਨ ਕੀਤਾ। ਨਾਵਲ ਦਾ ਹੀਰੋ ਰਿਕਸ਼ਾ ਚਲਾ ਰਿਹਾ ਹੈ, ਉਸ ਨੂੰ ਸਖਤ ਬੁਖਾਰ ਚੜ੍ਹਿਆ ਹੋਇਆ ਹੈ। ਇੱਕ ਅੰਮ੍ਰਿਤਸਰੀ ਲਾਲਾ ਆਕਸੀਜਨ ਦਾ ਸਿਲੰਡਰ ਉਸ ਦੀ
ਰਿਕਸ਼ਾ ਵਿੱਚ ਰੱਖਦਾ ਹੈ ਅਤੇ ਆਪ ਵੀ ਬੈਠ ਜਾਂਦਾ ਹੈ। ਤੁਹਾਨੂੰ ਯਾਦ ਹੈ ਉਹ ਸੀਨ? ਹਾਂ, ਯਾਦ ਹੈ। ਇਸ ਤੋਂ ਬਿਨਾਂ ਕੁਝ ਕੁ ਨਾਵਲ ਹੈ ਜਿਨ੍ਹਾਂ ਵਿੱਚ ਆਪਾਂ ਥੋੜ੍ਹੇ ਬਹੁਤ 'ਤੇ ਗੱਲ ਕਰਾਂਗੇ। ਇਹ ਕਾਗਤਾਂ ਦੀ ਬੇੜੀ, ਜੋ ਆਪਾਂ 9ਵੀਂ ਜਮਾਤ ਵਿੱਚ ਕੱਲੋ ਕਹਾਣੀ ਪੜ੍ਹਦੇ ਹਾਂ ਕਿ ਨਾਨਕ ਸਿੰਘ ਪਹਾੜਾਂ ਵੱਲ ਜਾਂਦਾ 1936 ਦੇ ਵਿੱਚ ਆਪਣਾ ਨਾਵਲ ਕਾਗਤਾਂ ਦੀ ਬੇੜੀ ਪੂਰਾ ਕਰਨ ਦੇ ਲਈ। ਪਵਿੱਤਰ ਪਾਪੀ ਦਾ ਤੁਸੀਂ ਪੜ੍ਹਿਆ ਹੋਣਾ, ਇਹਦੇ ਵਿੱਚ ਘੜੀ ਸਾਜ਼ ਉਸਦੀ ਆਪਾਂ ਨੂੰ ਗੱਲ ਮਿਲਦੀ ਆ। ਇਹਨਾਂ ਦਾ ਕਹਾਣੀ ਸੰਗ੍ਰਹਿ ਆ ਤਾਸ਼ ਦੀ ਆਦਤ, ਜਿਹਦੇ ਵਿੱਚ ਕਹਾਣੀਆਂ ਕੁਝ ਜਿਵੇਂ ਤਾਸ਼ ਦੀ ਆਦਤ, ਪ੍ਰਭਾਤ ਦਾ ਸੁਪਨਾ, ਅਰਜੀ, ਅੰਤਰਯਾਤਮਾ, ਸਨੋਫਾਲ, ਸਿਉਂਕ, ਨਵਾਂ ਮਾਸਟਰ, ਜ਼ਿੰਦਗੀ ਦੀ ਕਮਾਈ, ਗ੍ਰਾਮ ਸੁਧਾਰ, ਝੰਡੂ, ਹੀਰੋ, ਕਾਇਆਕਲਪ। ਇਹ ਕਾਇਆਕਲਪ ਕਹਾਣੀ ਇਹਨਾਂ ਦੀ ਯਾਦ ਰੱਖਣਾ, ਨਾਨਕ ਸਿੰਘ ਦੀ ਆ ਤਾਸ਼ ਦੀ ਆਦਤ ਵਿੱਚ। ਇੱਕ ਮਿੱਠਾ ਮੋਰਾ ਇਹਨਾਂ ਦਾ ਨਾਵਲ ਹੈ, ਇਹਦੇ ਵਿੱਚ ਔਲਾਦ ਪੈਦਾ ਹੁੰਦੀ ਹੈ ਅੱਗੇ ਜਾ ਕੇ, ਦੂਜਾ ਵਿਆਹ ਕਰਵਾਉਂਦਾ, ਔਲਾਦ ਨਹੀਂ ਹੁੰਦੀ। ਮਿੱਠਾ ਮੋਰਾ ਮਤਲਬ ਬੱਚੇ ਲਈ ਵਰਤਿਆ ਗਿਆ। ਮਤਰੇਈ ਮਾਂ ਨਾਵਲ ਇਹਨਾਂ ਦਾ ਪਹਿਲਾ ਨਾਵਲ ਆ। ਆਪਾਂ ਪਹਿਲਾਂ ਮਤਰੇਈ ਮਾਂ ਬਾਰੇ ਦੇਖ ਲਈਏ ਕੁਝ। ਇਸ ਬਾਰੇ ਪੜ੍ਹਨ ਤੋਂ ਪਹਿਲਾਂ ਆਪਾਂ ਦੇਖੀਏ ਕਿ ਨਾਨਕ ਸਿੰਘ ਦੀ ਜ਼ਿੰਦਗੀ ਬਾਰੇ ਆਪਾਂ ਕਰ ਲਈਏ ਕੁਝ। ਇੱਕ ਆਪਾਂ ਪਵਿੱਤਰ ਪਾਪੀ ਦੀ ਘਟਨਾ ਵੀ ਦੇਖ ਲਵਾਂਗੇ, ਉਹਦੇ ਪਾਤਰ ਵੀ ਦੇਖ ਲਵਾਂਗੇ। ਇਹ ਕੁਝ ਕੁ ਲੇਖਕਾਂ ਦੇ ਵਿਚਾਰ ਹੈ ਨਾਨਕ ਸਿੰਘ ਬਾਰੇ। ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਨਾਨਕ ਸਿੰਘ ਦਾ ਪਹਿਲਾ ਨਾਮ ਸੀ ਜੋ ਉਹ ਹੰਸਰਾਜ ਸੀ। ਹੰਸਰਾਜ ਉਹਨਾਂ ਦਾ ਪਹਿਲਾ ਨਾਮ ਸੀ। ਅੰਮ੍ਰਿਤ ਛਕਿਆ ਉਹਨਾਂ ਨੇ, ਫਿਰ ਨਾਨਕ ਸਿੰਘ ਬਣੇ। ਨਾਨਕ ਸਿੰਘ ਨੇ ਕਵੀਸ਼ਰ ਤੋਂ ਲੈ ਕੇ ਇੱਕ ਮਹਾਨ ਨਾਵਲਕਾਰ ਤੱਕ ਦਾ ਜਿਹੜਾ ਸਫ਼ਰ ਤੈਅ ਕੀਤਾ। ਪਹਿਲਾਂ ਕਵੀ ਸੀ, ਉਹਨਾਂ ਨੇ ਕਹਾਣੀਆਂ ਵੀ ਲਿਖੀਆਂ, ਬੜਾ ਕੁਝ ਲਿਖਿਆ, ਸਵੈ ਜੀਵਨੀ ਲਿਖਿਆ, ਅਨੁਵਾਦ ਕੀਤਾ, ਲੇਖ ਰਚਨਾ ਕੀਤੀਆਂ, ਨਾਟਕ ਲਿਖੇ, 3 ਦਰਜਨ ਤੋਂ ਵੱਧ ਨਾਵਲ ਲਿਖੇ। ਸਭ ਤੋਂ ਪਹਿਲਾ ਕਦਮ ਉਹਨਾਂ ਨੇ ਕਵੀਸ਼ਰ ਦੇ ਰੂਪ ਵਿੱਚ ਰੱਖਿਆ ਸੀ, ਕਵੀ ਦੇ ਰੂਪ ਵਿੱਚ। ਠੀਕ ਹੈ, ਫਿਰ ਕਹਾਣੀਆਂ ਹੋਰ ਬੜਾ ਕੁਝ ਲਿਖਿਆ। ਇਹਨਾਂ ਨੇ 1909 ਦੇ ਵਿੱਚ ਮਤਲਬ 12 ਸਾਲ ਦੀ ਉਮਰ ਵਿੱਚ 8 ਪੰਨਿਆਂ ਦੀ ਇੱਕ ਕਵਿਤਾ ਲਿਖੀ, ਸ਼੍ਰੀ ਹਰਫੀ ਹੰਸਰਾਜ ਜਾਂ ਸ਼੍ਰੀ ਹਰਫੀ ਹੰਸ। ਠੀਕ ਹੈ, 8 ਪੰਨਿਆਂ ਦੀ ਸੀ ਉਹ। ਇਸ ਤੋਂ ਬਾਅਦ ਫਿਰ ਇਹਨਾਂ ਨੇ ਸਤਿਗੁਰ ਮਹਿਮਾ 1918 ਵਿੱਚ ਅਤੇ ਖੂਨੀ ਵਿਸਾਖੀ 1919 ਵਿੱਚ ਇਹਨਾਂ ਨੇ ਆਪਣੇ ਕਾਵਿ ਪੁਸਤਕਾਵਾਂ ਪ੍ਰਕਾਸ਼ਿਤ ਕਰਵਾਈਆਂ। ਜਿਹੜੀ ਸਤਿਗੁਰ ਮਹਿਮਾ ਸੀ ਕਿਤਾਬ ਇਹਨਾਂ ਦੀ, ਉਹਨਾਂ ਨੂੰ ਸਿੱਖਾਂ ਨੂੰ ਜਾਗਰਤ ਕੀਤਾ ਗਿਆ ਸੀ, ਮਤਲਬ ਹਲੂਣਾ ਦਿੱਤਾ ਸੀ ਸਿੱਖਾਂ ਨੂੰ, ਵੀ ਉਹਨਾਂ ਨੂੰ ਜਾਗਰੂਕ ਕਰਨਾ ਚਾਹਿਆ ਸੀ। ਜਿਹੜੀ ਖੂਨੀ ਵਿਸਾਖੀ ਸੀ, ਇਹਦੇ ਵਿੱਚ ਜਲਿਆਂਵਾਲਾ ਬਾਗ ਆ ਜਿਹੜਾ, ਉਹਦਾ ਹੱਤਿਆਕਾਂਡ ਬਾਰੇ ਜ਼ਿਕਰ ਸੀ, ਕਿਉਂਕਿ ਇਹ ਉਹਨਾਂ ਨੇ ਅੱਖੀਂ ਦੇਖਿਆ ਸੀ ਨਾਨਕ ਸਿੰਘ ਨੇ, ਅਤੇ ਇਹਨਾਂ ਦੇ 2 ਦੋਸਤ ਵੀ ਇਸ ਵਿੱਚ ਸ਼ਹੀਦ ਹੋ ਗਏ ਸੀ, ਹੱਤਿਆਕਾਂਡ ਵਿੱਚ ਮਾਰੇ ਗਏ ਸੀ। ਅਤੇ ਜਿਵੇਂ ਇਹਨਾਂ ਦੀਆਂ ਸਤਰਾਂ, ਇਹ ਪੰਥ ਦੇ ਮਲਾਹੋ, ਇਹ ਪੰਥ ਦੇ ਮਲਾਹੋ, ਕਿਸ ਤਰਫ ਜਾ ਰਹੇ ਹੋ, ਹੱਥੀਂ ਪਕੜ ਕੇ ਚੱਪੂ ਕਿਸ਼ਤੀ ਡਬਾ ਰਹੇ ਹੋ। ਇਹਨਾਂ ਦਾ ਜਨਮ ਹੋਇਆ ਸੀ 4 ਜੁਲਾਈ 1897 ਦੇ ਵਿੱਚ। ਪਿੰਡ ਸੀ ਚੱਕ ਹਮੀਦ, ਯਾਦ ਰੱਖਣਾ ਪਿੰਡ ਚੱਕ ਹਮੀਦ, ਜੇਹਲਮ ਜ਼ਿਲ੍ਹਾ ਪਾਕਿਸਤਾਨ ਦੇ ਵਿੱਚ ਅੱਜ ਕੱਲ੍ਹ, ਉਦੋਂ ਪਾਕਿਸਤਾਨ ਨਹੀਂ ਸੀ। ਪਿਤਾ ਦਾ ਨਾਮ ਸੀ ਇਹਨਾਂ ਦੇ ਬਹਾਦਰ ਚੰਦ ਸੂਰੀ, ਅਤੇ ਮਾਤਾ ਸੀ ਇਹਨਾਂ ਦੀ ਲక్ష్ਮੀ। ਮਾਤਾ ਅਤੇ ਪਿਤਾ ਛੋਟੀ ਉਮਰ ਵਿੱਚ ਹੀ ਸੰਸਾਰ ਤੋਂ ਚਲਾਣਾ ਕਰ ਗਏ ਸੀ। 12 ਸਾਲ ਦੀ ਉਮਰ ਸੀ ਇਹਨਾਂ ਦੀ ਸਾਰੀ ਕਿ ਇਹਨਾਂ ਨੇ ਲਿਖਣ ਕਾਰਜ ਸ਼ੁਰੂ ਕੀਤਾ, ਅਤੇ ਹੋਰ ਵੀ ਬਹੁਤ ਸਾਰੇ ਕੰਮ ਆ ਜਿਹੜੇ ਇਹਨਾਂ ਨੇ ਕੀਤੇ। ਵੱਡੇ ਸੀ, ਘਰ ਚਲਾਉਣਾ ਸੀ। ਅਤੇ 1961 ਵਿੱਚ ਤੁਸੀਂ ਜਾਣਦੇ ਹੋ ਕਿ ਇੱਕ ਮਿਆਨ 2 ਤਲਵਾਰਾਂ ਲਈ ਇਹਨਾਂ ਨੂੰ ਸਾਹਿਤ ਅਕੈਡਮੀ ਅਵਾਰਡ ਮਿਲਿਆ। ਇਹਨਾਂ ਦੇ ਆਪਾਂ ਯਾਦ ਕੀਤਾ ਫੋਟੋ ਵਿੱਚ ਕਿ 5 ਪੁੱਤਰ ਅਤੇ 1 ਧੀ ਸੀ। ਇਹਨਾਂ ਦਾ ਪੁੱਤਰ ਜਿਹੜਾ ਕਰਤਾਰ ਸਿੰਘ ਸੂਰੀ, ਉਹਨਾਂ ਦਾ ਵੱਡਾ ਪੁੱਤਰ ਜੋ ਸਾਹਿਤ ਰਚਨਾ ਕਰ ਰਿਹਾ। ਅਤੇ ਪ੍ਰੀਤਨਗਰ ਵਿੱਚ ਹੀ ਇਹਨਾਂ ਦਾ ਸਮਾਂ ਬਤੀਤ ਹੋਇਆ ਨਾਨਕ ਸਿੰਘ ਦਾ, ਪਰ ਜਿਹੜਾ ਜ਼ਿਆਦਾਤਰ ਸਮਾਂ ਉਹ ਅੰਮ੍ਰਿਤਸਰ ਵਿੱਚ ਬਤੀਤ ਹੋਇਆ। ਪ੍ਰੀਤਨਗਰ ਵਿੱਚ ਰਹਿ ਕੇ ਇਹਨਾਂ ਨੇ ਕਾਫੀ ਆਪਣੀਆਂ ਰਚਨਾਵਾਂ ਲਿਖੀਆਂ, ਅਤੇ 28 ਦਸੰਬਰ 1971 ਵਿੱਚ ਇਹਨਾਂ ਦਾ ਦੇਹਾਂਤ ਹੋ ਗਿਆ ਸੀਗਾ 74 ਸਾਲ ਦੀ ਉਮਰ ਵਿੱਚ। ਅਤੇ 27 ਸਾਲਾਂ ਦੀ ਉਮਰ ਵਿੱਚ ਉਹਨਾਂ ਵੇਲਿਆਂ ਵਿੱਚ ਦੇਖੋ ਇਹਨਾਂ ਦਾ ਵਿਆਹ ਹੋਇਆ ਸੀ ਰਾਜ ਕੌਰ ਨਾਲ, ਜੋ ਆਪਾਂ ਤਸਵੀਰ ਦੇਖੀ ਆ, ਬੀਬੀ ਰਾਜ ਕੌਰ। 1924 ਵਿੱਚ ਵਿਆਹ ਹੋਇਆ ਇਹਨਾਂ ਦਾ। 6 ਕਹਾਣੀ ਸੰਗ੍ਰਹਿ ਇਹਨਾਂ ਨੇ ਲਿਖਿਆ, 4 ਨਾਟਕ ਲਿਖੇ, 1 ਸਵੈ ਜੀਵਨੀ ਲਿਖੀ, 1 ਨਹੀਂ ਲਿਖੀ 2 ਆ ਲਗਭਗ। ਅਤੇ ਫਿਰ ਇਹਨਾਂ ਨੇ ਲੇਖ ਸੰਗ੍ਰਹਿ ਵੀ ਲਿਖਿਆ, ਅਤੇ 7 ਅਨੁਵਾਦ ਦੀਆਂ ਕਿਤਾਬਾਂ ਮਿਲਦੀਆਂ ਆਪਾਂ ਨੂੰ। ਇਹਨਾਂ ਦੇ 4 ਕਾਵਿ ਸੰਗ੍ਰਹਿ ਮਿਲਦੇ ਆ, ਅਤੇ 3 ਦਰਜਨ ਤੋਂ ਵੱਧ ਇਹਨਾਂ ਦੇ ਆਪਾਂ ਨੂੰ ਨਾਵਲ ਮਿਲਦੇ ਆ।
ਤੇ ਨਾਨਕ ਸਿੰਘ ਨੇ ਜਿਹੜਾ ਕਮਾਲ ਆਪਣੇ ਨਾਵਲ ਚੱਟਾ ਲਹੂ ਵਿੱਚ ਦੱਸਿਆ ਉਹ ਅੱਗੇ ਨਹੀਂ ਦੱਸਿਆ। ਇਹ ਕਹਿੰਦੇ ਨੇ ਪ੍ਰਿੰਸੀਪਲ ਤੇਜਾ ਸਿੰਘ। ਪਿਆਰਾ ਸਿੰਘ ਸਹਿਰਾਈ ਇੱਕ ਕਵਿਤਾ ਲਿਖਦੇ ਆ ਇਹਨਾਂ ਦੀ ਪ੍ਰਸ਼ੰਸਾ ਦੇ ਵਿੱਚ, ਰੌਸ਼ਨੀ ਤੂੰ ਨੂਰ ਤੂੰ ਰੌਸ਼ਨੀ, ਜਿਸ ਹਨੇਰਿਆਂ ਕੋਨਿਆਂ ਨੂੰ ਚੀਰਿਆ, ਰਾਹ ਦਿਖਾਇਆ ਭੁੱਲਿਆਂ ਭਟਕਿਆ। ਇਹਨਾਂ ਨੇ 1911 ਦੇ ਵਿੱਚ ਸ਼ਿਹਰਫੀ ਹੰਸ ਲੰਮੀ ਕਵਿਤਾ ਲਿਖੀ ਸੀ ਤੇ 1923 ਵਿੱਚ ਦੂਆ ਤੀਆ 23 ਵਿੱਚ ਜ਼ਖਮੀ ਦਿਲ ਕਾ ਪੁਸਤਕ ਲਿਖੀ ਸੀ ਜਿਸ ਉੱਪਰ ਪਾਬੰਦੀ ਲਗਾ ਦਿੱਤੀ ਸੀ 2 ਦਿਨਾਂ ਬਾਅਦ ਹੀ ਅੰਗਰੇਜ਼ਾਂ ਨੇ। 13 ਅਪ੍ਰੈਲ 1919 ਦੀ ਘਟਨਾ ਆਪਾਂ ਕੀਤੀ ਹੈ, ਜਿਹਦੇ ਉੱਪਰ ਖੂਨੀ ਵਿਸਾਖੀ ਇਹਨਾਂ ਨੇ ਕਵਿਤਾ ਲਿਖੀ ਸੀ। ਤੇ ਗੁਰੂ ਕਾ ਬਾਗ ਦਾ ਜਿਹੜਾ ਮੋਰਚਾ ਲੱਗਿਆ ਉਸ ਦੇ ਵਿੱਚ ਨਾਨਕ ਸਿੰਘ ਨੂੰ ਜੇਲ੍ਹ ਹੋ ਗਈ ਸੀ ਤੇ ਉੱਥੇ ਇਹਨਾਂ ਨੇ ਮੁਨਸ਼ੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ, ਉੱਥੋਂ ਇਹਨਾਂ ਨੂੰ ਪ੍ਰੇਰਨਾ ਮਿਲੀ ਤੇ ਉੱਥੇ ਹੀ ਇਹਨਾਂ ਨੇ ਨਾਵਲ ਲਿਖਿਆ ਅੱਧ ਖਿੜੀ ਕਲੀ, ਜੋ ਬਾਅਦ ਦੇ ਵਿੱਚ ਪ੍ਰਕਾਸ਼ਿਤ ਹੋਇਆ। ਇਹਨਾਂ ਨੇ ਦੁਬਾਰਾ ਲਿਖਿਆ ਅੱਧ ਖਿੜਿਆ ਫੁੱਲ ਦੇ ਨਾਮ ਨਾਲ। ਫਿਰ ਇਹਨਾਂ ਦਾ ਨਾਵਲ ਹੈ ਇੱਕ ਮਿੱਧੇ ਹੋਏ ਫੁੱਲ, ਜਿੱਥੇ ਇਹ ਲਿਖਦੇ ਆ ਕਿ ਪਾਣੀ ਪੁਣ ਪੁਣ ਕੇ ਪੀਣ ਵਾਲੇ ਲਹੂ ਅਣਪੁਣਿਆ ਹੀ ਪੀ ਜਾਂਦੇ ਹਨ। ਪਵਿੱਤਰ ਪਾਪੀ ਦੀ ਗੱਲ ਕਰੀਏ ਤਾਂ ਇਸ ਨਾਵਲ ਉੱਪਰ ਆਧਾਰਿਤ 1970 ਵਿੱਚ ਇਸੇ ਹੀ ਨਾਮ ਦੀ ਇੱਕ ਫਿਲਮ ਬਣੀ। ਉਸ ਨਾਵਲ ਦੇ ਵਿੱਚ ਪੰਨਾ ਲਾਲ ਇੱਕ ਬੰਦਾ, ਮਾਇਆ ਉਸ ਦੀ ਪਤਨੀ ਆ, ਵੀਨਾ ਲੜਕੀ ਇਸ ਵਿੱਚ, ਵਿਦਿਆ ਤੇ ਬਸੰਤ ਤੇ ਇੰਦਰ ਪੰਨਾ ਲਾਲ ਦੇ 4 ਧੀਆਂ ਪੁੱਤ। ਇਹਦੇ ਵਿੱਚ ਜਿਹੜਾ ਮੁੰਡਾ ਹੈਗਾ ਕੇਦਾਰ ਨਾਂ ਦਾ, ਜਿਸ ਨੂੰ ਆਪਾਂ ਕੀਤਾ ਸੀ ਕਿ ਜੈ ਰਾਮ ਦਾ ਸੱਚਾ ਪਾਤਰ ਲੇਖਕ ਨੇ ਦੇਖਿਆ ਸੀ, ਕੇਦਾਰ, ਜਿਸ ਨੂੰ ਕਮਾਲ ਵੀ ਕਹਿੰਦੇ ਆ ਲੋਕ ਉਪਨਾਮ ਵਜੋਂ। ਬਾਕੀ ਚੰਨੋ ਆ ਜੋ ਵੀਨਾ ਦੀ ਸਹੇਲੀ ਆ, ਬਿਰਜ ਲਾਲ ਆ ਜਿਹੜਾ ਵੀਨਾ ਦਾ ਮੰਗੇਤਰ ਪਤੀ ਹੈ, ਇਹ ਪਾਤਰ ਉਹਦੇ ਵਿੱਚ। ਇੱਕ ਮਿਆਨ ਦੋ ਤਲਵਾਰਾਂ ਦੀ ਗੱਲ ਕਰੀਏ ਤਾਂ 1960 ਵਿੱਚ ਇਹ ਨਾਵਲ ਲਿਖਿਆ ਸੀ ਲੇਖਕ ਨੇ ਤੇ 1961 ਦੇ ਵਿੱਚ ਇਸ ਦੇ ਲਈ ਅਵਾਰਡ ਮਿਲਿਆ ਸੀ ਲੇਖਕ ਨੂੰ। ਇਹ ਨਾਵਲ ਇੱਕ ਇਤਿਹਾਸਿਕ ਨਾਵਲ ਹੈ, 1914-15 ਦਾ ਜਿਹੜਾ ਇਨਕਲਾਬ ਹੈ ਉਸ ਨਾਲ ਸੰਬੰਧਿਤ ਹੈ। ਨਾਵਲ ਦੇ ਵਿੱਚ ਜਿਹੜਾ ਮੁੱਖ ਪਾਤਰ ਉਹ ਕਰਤਾਰ ਸਿੰਘ ਸਰਬ ਹੈ। ਇਹਦੇ ਵਿੱਚ ਬੀਰੀ ਲੜਕੀ ਹੈ ਤੇ ਸੁਦਰਸ਼ਨ ਲੜਕਾ, ਦੋਨੇ ਭੈਣ ਭਰਾ ਹੈ ਤੇ ਇਹ ਇਨਕਲਾਬੀ ਸਾਹਿਤ ਜਿਹੜਾ ਪੜ੍ਹਦੇ ਆ ਤੇ ਬੀਰੀ ਹੈ ਜਿਹੜੀ ਉਹ ਕਰਤਾਰ ਸਿੰਘ ਸਰਾਭੇ ਨੂੰ ਪਸੰਦ ਕਰਨ ਲੱਗਦੀ ਹੈ, ਉਹਦੇ ਇਨਕਲਾਬੀ ਵਿਚਾਰਾਂ ਉੱਪਰ ਵੀ ਚੱਲਣ ਲੱਗਦੇ ਆ ਦੋਨੇ ਭੈਣ ਭਰਾ। ਤੇ ਉਹਦਾ ਜਿਹੜਾ ਪਿਓ ਹੈ ਸੁਖਦੇਵ ਸਿੰਘ ਸੋਢੀ, ਜਦੋਂ ਉਹਨੂੰ ਪਤਾ ਲੱਗਦਾ ਕਿ ਮੇਰੇ ਬੱਚੇ ਵੀ ਇਸ ਪੱਖ 'ਤੇ ਚੱਲ ਰਹੇ ਆ ਕਿਉਂਕਿ ਉਹ ਇੱਕ ਸਰਕਾਰੀ ਬੰਦਾ ਅਤੇ ਇਨਕਲਾਬੀਆਂ ਨੂੰ ਨਫ਼ਰਤ ਕਰਦਾ ਹੈ, ਤਾਂ ਫਿਰ ਉਹਨਾਂ ਦੇ ਘਰਾਂ ਵਿੱਚ ਜਿਹੜਾ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਅਤੇ ਕਰਤਾਰ ਸਿੰਘ ਸਰਾਭਾ ਅਖੀਰ ਸ਼ਹੀਦ ਹੋ ਜਾਂਦਾ ਅਤੇ ਜਿਹੜਾ ਆਪਣਾ ਇਹ ਇਨਕਲਾਬ ਹੈ ਜਿਹੜਾ ਇਹ ਪੂਰਾ ਨਹੀਂ ਹੋ ਪਾਉਂਦਾ। ਅੱਗੇ ਆਪਾਂ ਦੇਖੀਏ ਇਹਨਾਂ ਦਾ ਨਾਵਲ ਚਿੱਟਾ ਲਹੂ 1932 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਇਹ ਨਾਵਲ। ਅਤੇ ਲੇਖਕ ਲਿਖਦਾ, ਇੰਝ ਲੱਗਦਾ ਹੈ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਂ ਨੂੰ ਖਤਮ ਹੋ ਗਏ ਹਨ, ਲੋਕਾਂ ਦਾ ਖੂਨ ਸਫੇਦ ਹੋ ਗਿਆ, ਚਿੱਟਾ ਹੋ ਗਿਆ। ਇਹ ਨਾਵਲ ਆ ਜਿਹੜਾ ਰੂਸੀ ਭਾਸ਼ਾ ਦੇ ਵਿੱਚ ਅਨੁਵਾਦ ਹੋਇਆ ਸੀ ਚਿੱਟਾ ਲਹੂ, ਅਤੇ ਇਸ ਨੂੰ ਅਨੁਵਾਦ ਕੀਤਾ ਸੀ ਲੀਓ ਟਾਲਸਟਾਏ, ਜਿਹਨੂੰ ਤਾਲਸਟਾਏ ਬੋਲਦੇ ਆ, ਉਸ ਦੀ ਪੋਤਰੀ ਨੇ। ਉਹਦੀ ਪੋਤਰੀ ਦਾ ਨਾਮ ਸੀ ਨਤਾਸ਼ਾ ਤਾਲਸਟਾਏ, ਉਹਨੇ ਅਨੁਵਾਦ ਕੀਤਾ ਸੀ। ਸੁੰਦਰੀ ਨਾਮ ਦਾ ਉਹਦੇ ਵਿੱਚ ਪਾਤਰ ਆਪਾਂ ਦੇਖਦੇ ਹਾਂ, ਠੀਕ ਹੈ। ਉਹ ਜਿਹਦੀ ਮਾਂ ਮਜਬੂਰਨ ਵੇਸ਼ਵਾ ਬਣਦੀ ਹੈ ਅਤੇ ਸੁੰਦਰੀ ਉਹਦੀ ਧੀ ਆ, ਉਹਨੂੰ ਛੱਡਣਾ ਪੈ ਜਾਂਦਾ ਅਤੇ ਉਹ ਫਿਰ ਉਹਨੂੰ ਇੱਕ ਮਦਾਰੀ ਆ ਜਿਹੜਾ ਪਾਲਦਾ, ਉਹਦੀ ਬਾਂਦਰੀ ਵੀ ਉਹਨੂੰ ਦੁੱਧ ਪਿਆਉਂਦੀ ਆ ਮਦਾਰੀ ਦੀ। ਅਤੇ ਜਿਹੜੀ ਸੁੰਦਰੀ ਆ ਇਹ ਫਿਰ ਸਿੱਖੀ ਵਿਚਾਰਧਾਰਾ ਨਾਲ ਜੁੜਦੀ ਆ, ਅੰਮ੍ਰਿਤ ਛਕਦੀ ਆ ਅਤੇ ਉਹਦੀ ਜਿਹੜੀ ਵਿਚਾਰਧਾਰਾ ਬਦਲਦੀ ਆ ਅਤੇ ਹਾਲਾਤਾਂ ਦਾ ਉਹ ਸਾਹਮਣਾ ਕਰਦੀ ਆ। ਕਾਗਤਾਂ ਦੀ ਬੇੜੀ ਨਾਵਲ ਆਪਾਂ ਦੇਖੇ ਸੀ ਕਿ ਉਹਦੇ ਵਿੱਚ ਦੱਸਿਆ ਗਿਆ ਕਿ ਕਿਵੇਂ ਜਿਹੜਾ ਪ੍ਰੇਮ ਸਿੰਘ ਹੈ ਉਹ ਨਸ਼ੇ ਕਰਦਾ, ਉਹਦੀ ਘਰਵਾਲੀ ਆ ਸ਼ਾਂਤੀ, ਉਹ ਪਤੀ ਵਰਤਾ ਆਪਣਾ ਜੀਵਨ ਜਿਉਂਦੀ ਹੈ। ਉਹਦੇ ਦੋਸਤ ਆ ਜਿਹੜੇ ਪ੍ਰੇਮ ਸਿੰਘ ਦੇ, ਠੀਕ ਆ, ਗੋਪਾਲ, ਉਹਨੂੰ ਗਲਤ ਰਸਤੇ 'ਤੇ ਪਾਉਣ ਦੀ ਕੋਸ਼ਿਸ਼ ਕਰਦੇ ਆ ਪਰ ਨਹੀਂ ਹੁੰਦਾ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਇਹਨਾਂ ਦੀ ਕਹਾਣੀ ਸੁਨਹਿਰੀ ਜਿਲਦ। ਇਸ ਉੱਪਰ ਆਧਾਰਿਤ ਇੱਕ ਨਾਟਕ ਵੀ ਡੀਟੀ ਪੰਜਾਬੀ ਉੱਪਰ ਆਉਂਦਾ ਰਿਹਾ ਜਿਹੜਾ 1947 ਦੇ ਦੰਗਿਆਂ ਨਾਲ ਸੰਬੰਧਿਤ ਹੈ, ਸੁਨਹਿਰੀ ਜਿਲਦ। ਇਹਦੇ ਵਿੱਚ ਦਿਖਾਇਆ ਗਿਆ ਕਿ ਕਿਵੇਂ ਜਦੋਂ 1947 ਦੇ ਦੰਗੇ ਹੁੰਦੇ ਆ ਕਿ ਕਰਮ ਸਿੰਘ ਦਾ ਨਾਂ ਦਾ ਇਨਸਾਨ ਇੱਕ ਮੁਸਲਮਾਨ ਬੱਚੀ ਨੂੰ ਆਪਣੇ ਘਰ ਰੱਖਦਾ, ਉਹਨੂੰ ਪਾਲਦਾ ਆਪਣੀ ਧੀ ਬਣਾ ਕੇ, ਅਤੇ ਉਹਦਾ ਵਿਆਹ ਉਹ ਕਰਨਾ ਚਾਹੁੰਦਾ ਅਤੇ ਉਹਨੂੰ ਜਿਵੇਂ ਮੁਸਲਮਾਨ ਲੜਕੀਆਂ ਨੂੰ ਕੁਰਾਨ ਸ਼ਰੀਫ ਦਿੱਤਾ ਜਾਂਦਾ ਦਾਜ ਦੇ ਵਿੱਚ,
ਉਹ ਵੀ ਆਪਣੀ ਧੀ ਨੂੰ ਮਤਲਬ ਸੁਨਹਿਰੀ ਜਲਦ ਚੜ੍ਹਾ ਕੇ ਕੁਰਾਨ ਸ਼ਰੀਫ ਦੇਣ ਦੀ ਇੱਛਾ ਰੱਖਦਾ। ਆਪਾਂ ਮਤਰੇਈ ਮਾਂ ਨਾਵਲ ਦਾ ਮੁੱਖ ਬੰਦ ਪੜ੍ਹ ਲਈਏ। ਮਤਰੇਈ ਮਾਂ ਦੇ ਬਜਾਏ ਹੁਣ ਤਾਂ ਮੈਨੂੰ ਚਾਹੀਦਾ ਕਿ ਇਸ ਦਾ ਨਾਂ ਬਦਲ ਕੇ ਸਗੀ ਮਾਂ ਰੱਖ ਦਿਆਂ, ਕਿਉਂਕਿ ਇਹੋ ਨਿੱਕੀ ਜਿਹੀ ਨਾਵਲੜੀ ਅਸਲ ਵਿੱਚ ਮੇਰੇ ਸਾਰੇ ਗਲਪ ਪਰਿਵਾਰ ਦੀ ਜਨਮਦਾਤੀ ਹੈ। ਨਾਵਲ ਰੂਪ ਵਿੱਚ ਇਹੋ ਮੇਰੀ ਸਭ ਤੋਂ ਪਹਿਲੀ ਲਿਖਤ ਹੈ। ਨਾਵਲ ਲਿਖਣ ਦੀ ਪ੍ਰੇਰਨਾ ਤਾਂ ਮੈਨੂੰ 6-7 ਸਾਲ ਪਹਿਲਾਂ ਮਿਲੀ ਸੀ, ਜਦੋਂ ਜੇਲ੍ਹ ਵਿੱਚ ਹੁੰਦਿਆਂ ਸਵਰਗਵਾਸੀ ਪ੍ਰੇਮ ਚੰਦ ਦੇ ਨਾਵਲ ਪੜ੍ਹੇ ਸਨ। ਪਰ ਗਲਪ ਸੰਸਾਰ ਵਿੱਚ ਮੇਰਾ ਪ੍ਰਵੇਸ਼ ਉਸ ਤੋਂ ਕਾਫੀ ਚਿਰ ਬਾਅਦ ਅਰਥਾਤ 1928-29 ਵਿੱਚ ਹੋਇਆ, ਅਤੇ ਇਹ ਪ੍ਰਵੇਸ਼ ਹੋਇਆ ਸੀ ਮਤਰੇਈ ਮਾਂ ਤੋਂ। ਪਰ ਨਿਰੀ ਪੂਰੀ ਪ੍ਰੇਰਨਾ ਹੀ ਤਾਂ ਕਲਾਕਾਰ ਬਣਾਉਣ ਲਈ ਕਾਫੀ ਨਹੀਂ ਹੁੰਦੀ। ਪ੍ਰੇਰਨਾ ਰਾਹੇ ਪਾ ਸਕਦੀ ਹੈ, ਪਰ ਮੰਜ਼ਿਲ ਮਕਸੂਦ 'ਤੇ ਪਹੁੰਚਣ ਲਈ ਹੋਰ ਬੜਾ ਕੁਝ ਲੋੜੀਂਦਾ ਹੈ, ਜਿਹੜਾ ਉਸ ਵੇਲੇ ਮੇਰੇ ਕੋਲ ਨਹੀਂ ਸੀ। ਬਸ ਜੇ ਕੁਝ ਹੈ ਸੀ ਤਾਂ ਵਲਵਲਾ ਸੀ, ਉਤਸ਼ਾਹ ਸੀ ਅਤੇ ਉਤੇਜਨਾ ਸੀ, ਜਿਨ੍ਹਾਂ ਦੀ ਮਦਦ ਨਾਲ ਆਪਣੀ ਮੰਜ਼ਿਲ ਦਾ ਪਹਿਲਾ ਮੀਲ ਪੱਥਰ ਪਾਰ ਕੀਤਾ। ਮਤਰੇਈ ਮਾਂ ਲਿਖਣ ਵੇਲੇ ਸਾਹਿਤਕ ਦੁਨੀਆ ਵਿੱਚ ਮੈਨੂੰ ਕੋਈ ਨਹੀਂ ਸੀ ਜਾਣਦਾ, ਛੋਟੇ ਇਸ ਤੋਂ ਕਿ ਮਾੜੇ ਮੋਟੇ ਗੀਤਾਂ ਦੀ ਇੱਕ ਕਿਤਾਬ ਸਤਿਗੁਰ ਮਹਿਮਾ ਦਾ ਲੇਖਕ ਹਾਂ। ਮਤਰੇਈ ਮਾਂ ਦਾ ਕਾਪੀਰਾਈਟ ਅੰਮ੍ਰਿਤਸਰ ਦੇ ਇੱਕ ਪ੍ਰਕਾਸ਼ਕ ਨੂੰ ਕੁੱਲ 10 ਰੁਪਏ ਲੈ ਕੇ ਵੇਚ ਦਿੱਤਾ, ਅਤੇ ਇਸ ਨੂੰ ਆਪਣੀ ਬਹੁਤ ਭਾਰੀ ਸਫਲਤਾ ਖਿਆਲ ਕੀਤਾ। ਸੱਚ ਕਹਿੰਦਾ ਹਾਂ, ਅੱਜ ਜੇ ਮੈਂ 10,000 ਰੁਪਏ ਲੈ ਕੇ ਕਿਸੇ ਕਿਤਾਬ ਦਾ ਕਾਪੀਰਾਈਟ ਵੇਚਾਂ ਤਾਂ ਵੀ ਸ਼ਾਇਦ ਮੈਨੂੰ ਉਹਨਾਂ 10 ਰੁਪਈਆਂ ਜਿੰਨੀ ਖੁਸ਼ੀ ਨਾ ਹੋਵੇ। ਮਗਰੋਂ 1.5 ਸਾਲ ਬਾਅਦ ਮੈਂ ਉਸ ਪ੍ਰਕਾਸ਼ਕ ਪਾਸੋਂ 250 ਰੁਪਏ ਦੇ ਕੇ ਇਸ ਦਾ ਕਾਪੀਰਾਈਟ ਵਾਪਸ ਲੈ ਲਿਆ। ਉਚਰਤੀ ਕੋ 2 ਐਡੀਸ਼ਨ ਛਾਪ ਚੁੱਕਾ ਸੀ। ਅਗਲੀ ਗੱਲ 1962 ਦੀ ਆ। ਜਦੋਂ ਮੈਂ ਇਸ ਦਾ 20ਵਾਂ ਐਡੀਸ਼ਨ ਪ੍ਰੈਸ ਵਿੱਚ ਦੇ ਰਿਹਾ ਹਾਂ ਤਾਂ ਬੜੀ ਹੈਰਾਨੀ ਨਾਲ ਸੋਚਦਾ ਹਾਂ ਕਿ ਆਖਰ ਕਿਹੜੀ ਖੂਬੀ ਸੀ ਇਸ ਕਿਤਾਬ ਵਿੱਚ ਕਿ ਇਸ ਦੇ 18 ਐਡੀਸ਼ਨ ਪੰਜਾਬੀ ਪਾਠਕਾਂ ਨੇ ਖਤਮ ਕਰ ਦਿੱਤੇ, ਮਤਲਬ 1962 ਤੱਕ। ਹੁਣ ਤਾਂ ਬੜੇ ਐਡੀਸ਼ਨ ਛਪ ਗਏ ਹੋਣੇ ਇਸ ਦੇ। ਸਿੱਧ ਪੱਧਰੀ ਜਿਹੀ ਕਹਾਣੀ ਹੈ ਇਸ ਦੀ, ਉਹ ਵੀ ਐਵੇਂ ਸਧਾਰਨ ਜਿਹੀ। ਸੋ ਇਸ ਲੇਖ ਕੇ ਮੈਂ ਸਮਝਦਾ ਹਾਂ ਕਿ ਮੇਰੀ ਇਸ ਨੰਨੀ ਜਿਹੀ ਕ੍ਰਿਤ ਵਿੱਚ ਕੋਈ ਹੋਰ ਗੁਣ ਹੋਵੇ ਨਾ ਹੋਵੇ, ਪਰ ਇੱਕ ਸਰਲ ਅਤੇ ਮਾਸੂਮ ਹਿਰਦੇ ਦੇ ਉਦਗਾਰਾਂ ਨਾਲ ਜ਼ਰੂਰ ਇਹ ਭਰਪੂਰ ਹੈ, ਅਤੇ ਸ਼ਾਇਦ ਇਹੋ ਵਜ੍ਹਾ ਹੈ ਹੋਰ ਕੋਈ ਵੀ ਖੂਬੀ ਇਸ ਵਿੱਚ ਨਾ ਹੁੰਦਿਆਂ ਹੋਇਆਂ ਇਹ ਏਡੇ ਪਿਆਰ ਨਾਲ ਅਪਣਾਈ ਗਈ ਹੈ। ਕੱਦ ਕਾਠ ਵਜੋਂ ਮੰਨਿਆ ਕਿ ਇਹ ਮੇਰੇ ਦੂਸਰੇ ਸਾਰੇ ਨਾਵਲਾਂ ਨਾਲੋਂ ਛੋਟੀ ਹੈ, ਪਰ ਮੈਂ ਇਸ ਕਰਕੇ ਇਸ ਨੂੰ ਸਾਰਿਆਂ ਤੋਂ ਵੱਡੀ ਸਮਝਦਾ ਹਾਂ ਕਿ ਮੇਰੀਆਂ ਸਾਰੀਆਂ ਕਿਤਾਬਾਂ ਦੀ ਮਾਂ, ਦਾਦੀ ਅਥਵਾ ਪੜਦਾਦੀ ਹੈ। ਬੁੱਢਾ ਸਰੀਰ ਉਂਝ ਵੀ ਤਾਂ ਸੁੱਕ ਕੇ ਨਿੱਕਾ ਜਿਹਾ ਬਣ ਜਾਇਆ ਕਰਦਾ ਹੈ, ਫਿਰ ਜੇ ਇਹ ਵੀ ਸਰੀਰਕ ਤੌਰ 'ਤੇ ਛੋਟੀ ਹੈ ਤਾਂ ਕੀ ਹੋਇਆ। ਪ੍ਰੀਤਨਗਰ 1962 ਨਾਨਕ ਸਿੰਘ। ਇਸ ਨਾਵਲ ਦੇ ਆਪਾਂ ਪਾਤਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਦਿਆਲੀ ਨਾਂ ਦੀ ਔਰਤ ਜੋ ਮਦਨ ਨਾਂ ਦੇ ਲੜਕੇ ਦੀ ਮਤਰੇਈ ਮਾਂ, ਬਾਬੂ ਮਹਿੰਦਰ ਸਿੰਘ ਦੀ ਪਤਨੀ ਹੈ ਦੂਜੀ, ਜੋ ਬੱਚੇ ਨੂੰ ਕੁੱਟਦੀ ਮਾਰਦੀ ਹੈ, ਅਤੇ ਉਹਨਾਂ ਦਾ ਗਵਾਂਢੀ ਆ ਸਰਦਾਰ ਪ੍ਰਤਾਪ ਸਿੰਘ ਖਜ਼ਾਨਚੀ, ਜਿਸ ਕੋਲ ਇਹ ਬੱਚੇ ਨੂੰ ਬਾਅਦ ਦੇ ਵਿੱਚ ਛੱਡ ਦਿੰਦਾ। ਔਰਤ ਬਿਮਾਰ ਹੋਣ 'ਤੇ ਜਿਹੜੀ ਦਿਆਲੀ ਆ ਮਹਿੰਦਰ ਸਿੰਘ ਨੂੰ ਛੱਡ ਕੇ ਚਲੀ ਜਾਂਦੀ ਹੈ, ਉਹੀ ਇਹਨਾਂ ਦਾ ਬੱਚਾ ਫਿਰ ਪਾਲਦੇ ਆ ਸਰਦਾਰ ਪ੍ਰਤਾਪ ਸਿੰਘ ਖਜ਼ਾਨਚੀ। ਉਹਨਾਂ ਦੇ ਘਰ ਇੱਕ ਲੜਕੀ ਆ ਸ਼ਾਂਤੀ, ਅਤੇ ਬਾਅਦ ਦੇ ਵਿੱਚ ਇਹ ਸ਼ਾਂਤੀ ਅਤੇ ਇਹ ਮਦਨ ਦਾ ਪਿਆਰ ਹੁੰਦਾ, ਅਤੇ ਉਹ ਜਿਹੜੇ ਮਾਪੇ ਆ ਲੜਕੀ ਦੇ ਸ਼ਾਂਤੀ ਉਹਦੇ ਨਾਲ ਵਿਆਹ ਕਰਵਾ ਦਿੰਦੇ ਇਸ ਦਾ। ਅੱਗੇ ਨਾਵਲ ਹੈ ਜਿਹੜਾ ਇਹ ਮਿੱਠਾ ਮੋਹਰਾ। ਮਿੱਠਾ ਮੋਹਰਾ ਮੇਰੀ ਉਦੋਂ ਦੀ ਰਚਨਾ ਹੈ ਜਦੋਂ ਮੈਂ ਅਜੇ ਨਾਵਲ ਨਿਵੀਸੀ ਦਾ ਮਸੇ ਊੜਾ ਐੜਾ ਹੀ ਜਾਣਦਾ ਸਾਂ। ਇਸ ਦਾ ਜਿਹੜਾ ਪਹਿਲਾ ਐਡੀਸ਼ਨ 1928 ਵਿੱਚ ਛਪਿਆ, ਹੁਣ ਇਹ ਜਦ 16ਵੀਂ ਵੇਰਾਂ ਪ੍ਰੈਸ ਵਿੱਚ ਜਾ ਰਿਹਾ ਹੈ। ਮੈਨੂੰ ਇਸ ਦੀ ਲਿਖਤ ਵੇਖ ਕੇ ਛਾਪਣ ਤੋਂ ਸੰਕੋਚ ਜਿਹਾ ਹੁੰਦਾ ਹੈ। ਇਸ ਨੂੰ ਸਾਰੇ ਨੂੰ ਨਵੇਂ ਸਿਰੇ ਲਿਖਾਂ ਅਤੇ ਇਸ ਦੇ ਪਲਾਂਟ ਨੂੰ ਵੀ ਲੱਗਦੇ ਹੱਥ ਬਦਲ ਸੁੱਟਾਂ, ਪਰ ਫਿਰ ਸੋਚਦਾ ਹਾਂ ਇੱਦਾਂ ਕਰਨ ਨਾਲ ਮੰਨਿਆ ਕਿ ਕਹਾਣੀ ਵਿੱਚ ਕੁਝ ਰੋਚਕਤਾ ਭਰ ਜਾਏਗੀ ਅਤੇ ਬੋਲੀ ਵੀ ਪਹਿਲਾਂ ਨਾਲੋਂ ਕਿਤੇ ਸਵਾਦਲੀ ਬਣਾ ਲਵਾਂਗਾ। ਪਰ ਇੱਦਾਂ ਕਰਨ ਨਾਲ ਕੀ ਮੇਰੀ ਉਹ ਅੱਜ ਤੋਂ 30 ਸਾਲ ਪਹਿਲਾਂ ਦੀ ਯਾਦ ਕਾਇਮ ਰਹਿ ਸਕੇਗੀ। ਇਸ ਲਿਖਤ ਵਿੱਚੋਂ ਜਿਹੜਾ 30 ਵਰ੍ਹਿਆਂ ਦਾ ਅਲਬੇਲਾ ਜਿਹਾ ਨਾਨਕ ਦਿਖਾਈ ਦਿੰਦਾ ਹੈ ਕਿ ਇੰਝ ਕੀਤਿਆਂ ਉਹ ਗਵਾਚ ਨਹੀਂ ਜਾਵੇਗਾ। ਪਰ ਚੜ੍ਹਦੀ ਜਵਾਨੀ ਦੀ ਜਿਹੜੀ ਚੰਚਲਤਾ ਅਤੇ ਆਪ ਮੁਹਾਰਤਾ ਉਹਨਾਂ ਨੂੰ ਇਸ ਵਿੱਚ ਨਜ਼ਰੀ ਆਵੇਗੀ, ਉਹ ਅੱਜ ਮੈਂ ਲੱਖ ਕੋਸ਼ਿਸ਼ ਕਰਾਂ ਮੇਰੀ ਲਿਖਤ ਵਿੱਚ ਨਹੀਂ ਆ ਸਕਦੀ। ਮੇਰਾ ਵਿਸ਼ਵਾਸ ਹੈ ਕਿ ਪਾਠਕ ਜੇ ਇਸ ਨੂੰ ਉਮਰ ਰਸੀਦਾ ਨਾਨਕ ਸਿੰਘ ਦੀ ਨਹੀਂ ਸਗੋਂ ਨੌਜਵਾਨ ਨਾਨਕ ਸਿੰਘ ਦੀ ਲਿਖਤ ਜਾਣ ਕੇ ਪੜ੍ਹਨਗੇ ਤਾਂ ਜ਼ਰੂਰ ਇਸ ਵਿੱਚ ਉਹਨਾਂ ਨੂੰ ਸਵਾਦ ਪ੍ਰਾਪਤੀ ਹੋਵੇਗੀ। ਬਹੁਤ ਸਾਰੇ ਨਾਵਲ ਆ ਨਾਨਕ ਸਿੰਘ ਦੇ, ਬਹੁਤ ਸਾਰੀਆਂ ਕਿਤਾਬਾਂ ਇਹਨਾਂ ਦੀਆਂ।
ਠੀਕ ਹੈ, ਜੋ ਅੱਗੇ ਪਿੱਛੇ ਲਿਖੇ ਹੋਏ ਆ। ਪਵਿੱਤਰ ਪਾਪੀ ਤਾਂ ਲਗਭਗ ਜ਼ਿਆਦਾ ਵਿਦਿਆਰਥੀਆਂ ਨੇ ਪੜ੍ਹਿਆ ਹੁੰਦਾ ਨਾਵਲ। ਇਹ ਆਪਾਂ ਕੀਤਾ ਹੀ ਆ ਕਿ ਮਿਸਟਰ ਕਮਾਲ ਕਹਿ ਕੇ ਬੁਲਾਉਂਦੇ ਆ ਲੋਕ, ਜਿਹੜਾ ਇਹਦੇ ਵਿੱਚ ਕੇਦਾਰ ਨਾਮ ਦਾ ਪਾਤਰ। ਠੀਕ ਹੈ, ਕਾਫੀ ਪੁਰਾਣਾ ਵਾਕਿਆ ਹੈ, ਅੱਜ ਤੋਂ 10 ਸਾਲ ਪਹਿਲਾਂ ਦਾ, 1931 ਜਾਂ 32 ਦਾ ਸ਼ਾਇਦ। ਠੀਕ ਹੈ, ਅੰਮ੍ਰਿਤਸਰ ਦੇ ਵਿੱਚ ਇਹਨਾਂ ਦੀ ਦੁਕਾਨ ਆ, ਉੱਥੇ ਨੇੜੇ ਤੇੜੇ ਹੀ ਉਹ ਲੜਕਾ ਜਿਹੜਾ ਘੜੀ ਸਾਜੀ ਦਾ ਕੰਮ ਕਰਦਾ, ਉਹ ਗੀਤ ਗਾਉਂਦਾ, अलविदा ए काफले वालों मुझे अब छोड़ दो, मेरी किस्मत में लिखी थी दस्त की वीरानियाँ। ਅੱਜ 10 ਸਾਲ ਬਾਅਦ ਮੈਨੂੰ ਉਸ ਬਦਨਸੀਬ ਦੀ ਯਾਦ ਅਚਾਨਕ ਕਿਵੇਂ ਆ ਗਈ। ਇਹ ਵੀ ਇੱਕ ਅਜੀਬ ਜਿਹਾ ਵਾਕਿਆ ਹੈ। 28 ਜੁਲਾਈ 1942 ਨੂੰ ਜਦ ਮੈਂ ਪ੍ਰੀਤਨਗਰੋਂ ਲਾਹੌਰ ਪੁੱਜਾ ਅਤੇ ਕੰਮਕਾਰ ਦੇ ਝਮੇਲੇ ਨੂੰ ਜਦ ਸ਼ਾਮ ਤੱਕ ਮੁਕਾ ਨਾ ਸਕਿਆ ਤਾਂ ਰਾਤੀ ਲਾਹੌਰ ਹੀ ਟਿਕਣ ਦੇ ਇਰਾਦੇ ਨਾਲ ਮੈਂ ਇੱਕ ਦੋਸਤ ਦੇ ਮਕਾਨ 'ਤੇ ਪੁੱਜਾ। ਮੇਰੀ ਨਜ਼ਰ ਸਾਹਮਣੇ ਕੰਧ ਉੱਤੇ ਪਈ। ਉਸ ਮਕਾਨ ਦੇ ਐਨ ਸਾਹਮਣੇ ਕਰਕੇ ਇੱਕ ਮੁਸਲਮਾਨ ਘੜੀ ਸਾਜ਼ ਦੀ ਦੁਕਾਨ ਸੀ, ਜਿਹੜਾ ਇਸ ਵੇਲੇ ਬਿਜਲੀ ਦਾ ਬਲਬ ਸਿਰ 'ਤੇ ਲਮਕਾਈ ਆਪਣੇ ਸ਼ੋਕੇਸ ਦੇ ਸਾਹਮਣੇ ਬੈਠਾ ਕਿਸੇ ਘੜੀ ਨੂੰ ਮੁਰੰਮਤ ਕਰ ਰਿਹਾ ਸੀ। ਇਸ ਤੋਂ ਬਾਅਦ ਮੈਂ ਆਪਣੇ ਮਿੱਤਰ ਨੂੰ ਕਹਿ ਕੇ ਕੁਝ ਕੋਰੇ ਕਾਗਜ਼ ਮੰਗਾਏ ਅਤੇ ਉਹ 10 ਸਾਲ ਪਹਿਲਾਂ ਦੀ ਸੁਣੀ ਹੋਈ ਹੱਡ ਬੀਤੀ ਨੂੰ ਨਾਵਲ ਦੇ ਰੂਪ ਵਿੱਚ ਲਿਖਣਾ ਸ਼ੁਰੂ ਕੀਤਾ, ਜਿਹੜੀ ਇਸ ਵੇਲੇ ਪਾਠਕਾਂ ਦੇ ਹੱਥ ਵਿੱਚ ਹੈ। ਬਹੁਤੇ ਵਿਦਿਆਰਥੀਆਂ ਨੂੰ ਇਹ ਨਾਵਲ ਠੀਕ ਵੀ ਲੱਗਦਾ, ਪਰ ਜੇ ਆਲੋਚਨਾ ਵੀ ਕਰਦੇ ਆ। ਜਿਵੇਂ ਸਲਮਾਨ ਖਾਨ ਨੂੰ ਪੁੱਛਿਆ ਜਾਂਦਾ ਇੱਕ ਇੰਟਰਵਿਊ ਵਿੱਚ ਕਿ ਕਿਹੜੀ ਫਿਲਮ ਹੈ ਜੋ ਤੁਹਾਨੂੰ ਚੰਗੀ ਨਹੀਂ ਲੱਗਦੀ, ਤਾਂ ਉਹ ਲਿਖਦੇ ਆ ਤੇਰੇ ਨਾਮ ਵਾਲਾ ਜਿਹੜਾ ਪਾਤਰ, ਉਹ ਕੋਈ ਬਹੁਤਾ ਵਧੀਆ ਪਾਤਰ ਨਹੀਂ, ਮਤਲਬ ਬੇਹੱਦ ਨਾ ਪਸੰਦ ਕਰਨ ਵਾਲਾ ਪਾਤਰ ਆ ਉਹ, ਸਮਾਜ ਨੂੰ ਉਸਦੀ ਕੋਈ ਦੇਣ ਨਹੀਂ। ਅਤੇ ਆਪਾਂ ਵੀਡੀਓ ਲੰਮੀ ਆ, ਇਹਨਾਂ ਦੀ ਆਲੋਚਨਾ ਬਾਰੇ ਆਪਾਂ ਕਦੇ ਫਿਰ ਚਰਚਾ ਕਰਾਂਗੇ। ਉਮੀਦ ਆ ਕੁਝ ਕੁ ਨਾਨਕ ਸਿੰਘ ਦੇ ਜੀਵਨ ਬਾਰੇ ਅਤੇ ਕੁਝ ਨਾਵਲਾਂ ਦੇ ਪਾਤਰਾਂ ਬਾਰੇ ਤੁਹਾਡੇ ਧਿਆਨ ਵਿੱਚ ਆਇਆ ਹੋਵੇਗਾ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।